ਸਤਿ ਸ੍ਰੀ ਅਕਾਲ ਜੀ। ਕਦੇ ਸੋਚਿਆ ਕਿ ਸਿੱਖੀ ਵਿੱਚ ਅਜਿਹਾ ਕੀ ਖਾਸ ਹੈ ਜੋ ਇਸ ਨੂੰ ਦੁਨੀਆ ਦੇ ਬਾਕੀ ਧਰਮਾਂ ਤੋਂ ਬਿਲਕੁਲ ਵੱਖਰਾ ਬਣਾਉਂਦਾ ਹੈ? ਖੈਰ, ਅੱਜ ਅਸੀਂ ਸਿੱਖੀ ਦੇ ਉਹਨਾਂ 5 ਅਨਮੋਲ ਖਜ਼ਾਨਿਆਂ ਬਾਰੇ ਜਾਣਾਂਗੇ ਜੋ ਇਸ ਦੀ ਨੀਂਹ ਹਨ। ਇੱਕ ਅਜਿਹੀ ਗੱਲਬਾਤ ਹੋਣ ਵਾਲੀ ਹੈ ਜੋ ਸੱਚਮੁੱਚ ਸਾਡੀ ਸੋਚ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੀ ਹੈ। ਦੇਖੋ, ਇੱਕ ਗੱਲ ਤਾਂ ਸਾਫ਼ ਹੈ, ਜਦੋਂ ਦੁਨੀਆ ਦੀ ਰਾਜਨੀਤੀ ਦੀ ਗੱਲ ਹੁੰਦੀ ਹੈ ਤਾਂ ਅਮਰੀਕਾ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਜੇਕਰ ਆਰਥਿਕਤਾ ਦੀ ਗੱਲ ਕਰੀਏ ਤਾਂ ਯਹੂਦੀ ਭਾਈਚਾਰੇ ਦਾ ਬਹੁਤ ਵੱਡਾ ਪ੍ਰਭਾਵ ਹੈ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਸਿੱਖਾਂ ਕੋਲ ਦੁਨੀਆ ਨੂੰ ਦੇਣ ਲਈ ਕਿਹੜੀ ਐਸੀ ਵਿਲੱਖਣ ਤਾਕਤ ਹੈ? ਇਹ ਸਿਰਫ ਇੱਕ ਸਵਾਲ ਨਹੀਂ ਹੈ, ਸਗੋਂ ਇੱਕ ਬਹੁਤ ਡੂੰਘਾ ਵਿਚਾਰ ਹੈ ਜਿਸ ਨੂੰ ਸਮਝਣਾ ਜ਼ਰੂਰੀ ਹੈ। ਅਤੇ ਇਸੇ ਵੱਡੇ ਸਵਾਲ ਦਾ ਜਵਾਬ ਸਿੱਖੀ ਦੇ ਉਹਨਾਂ 5 ਖਾਸ ਖਜ਼ਾਨਿਆਂ ਵਿੱਚ ਲੁਕਿਆ ਹੋਇਆ ਹੈ। ਇਹ ਸਿਰਫ ਕੋਈ ਕਿਤਾਬੀ ਗੱਲਾਂ ਜਾਂ ਸਿਧਾਂਤ ਨਹੀਂ ਹਨ, ਨਹੀਂ, ਇਹ ਤਾਂ ਉਹ ਮਜ਼ਬੂਤ ਥੰਬ ਨੇ ਜਿਨ੍ਹਾਂ ਤੇ ਸਿੱਖੀ ਦੀ ਪੂਰੀ ਵਿਲੱਖਣ ਪਹਿਚਾਣ ਟਿਕੀ ਹੋਈ ਹੈ। ਤਾਂ ਆਓ ਦੇਖਦੇ ਹਾਂ ਕਿ ਇਹ 5 ਖਜ਼ਾਨੇ ਕਿਹੜੇ-ਕਿਹੜੇ ਨੇ। ਸਭ ਤੋਂ ਪਹਿਲਾਂ ਸ਼ਾਸਤਰ, ਯਾਨੀ ਕਿ ਜੀਵਿਤ ਗੁਰੂ। ਫਿਰ ਆਉਂਦਾ ਹੈ ਸ਼ਸਤਰ, ਪਵਿੱਤਰ ਹਥਿਆਰ। ਤੀਜਾ ਹੈ ਸੰਸਥਾ, ਯਾਨੀ ਮੁੱਖ ਸੰਸਥਾਵਾਂ। ਚੌਥਾ ਸੰਕਲਪ, ਸਾਡੇ ਮਾਰਗਦਰਸ਼ਕ ਸਿਧਾਂਤ। ਅਤੇ ਅਖੀਰ ਵਿੱਚ ਸਰੂਪ, ਯਾਨੀ ਅਟਲ ਸਰੂਪ। ਆਓ ਇੱਕ-ਇੱਕ ਕਰਕੇ ਇਹਨਾਂ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਚਲੋ ਫਿਰ ਸ਼ੁਰੂਆਤ ਕਰਦੇ ਹਾਂ ਪਹਿਲੇ ਖਜ਼ਾਨੇ ਯਾਨੀ ਸ਼ਾਸਤਰ ਤੋਂ, ਜਿਸ ਦਾ ਮਤਲਬ ਹੈ ਸਾਡੇ ਜੀਵਿਤ ਗੁਰੂ। ਹੁਣ ਦੇਖੋ, ਇਹੀ ਗੱਲ ਸਿੱਖੀ ਨੂੰ ਬਾਕੀਆਂ ਤੋਂ ਵੱਖ ਕਰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ, ਯਾਨੀ ਕਿ ਇੱਕ ਜੀਵਿਤ ਗੁਰੂ। ਦੂਜੇ ਪਾਸੇ ਕਿਸੇ ਹੋਰ ਧਰਮ ਗ੍ਰੰਥ ਨੂੰ ਇਹ ਦਰਜਾ ਹਾਸਲ ਨਹੀਂ ਹੈ। ਇੱਕ ਹੋਰ ਵੱਡਾ ਫਰਕ ਇਹ ਹੈ ਕਿ ਗੁਰਬਾਣੀ ਗੁਰੂ ਸਾਹਿਬਾਨ ਨੇ ਖੁਦ ਰਚੀ ਅਤੇ ਲਿਖਵਾਈ, ਜਦੋਂ ਕਿ ਬਹੁਤ ਸਾਰੇ ਹੋਰ ਗ੍ਰੰਥ ਪੈਗੰਬਰਾਂ ਦੇ ਸੈਂਕੜੇ ਸਾਲਾਂ ਬਾਅਦ ਲਿਖੇ ਗਏ। ਅਤੇ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਦੀਵੀ ਅਤੇ ਅਟਲ ਹੈ, ਜਿਸ ਵਿੱਚ ਕੋਈ ਬਦਲਾਅ ਨਹੀਂ ਹੋਇਆ, ਜਦਕਿ ਦੂਜੇ ਗ੍ਰੰਥਾਂ ਵਿੱਚ ਸਮੇਂ ਦੇ ਨਾਲ ਸੋਧਾਂ ਹੁੰਦੀਆਂ ਰਹੀਆਂ। ਸ਼ਸਤਰ ਤੋਂ ਬਾਅਦ ਹੁਣ ਵਾਰੀ ਹੈ ਦੂਜੇ ਸਾਦੀ, ਯਾਨੀ ਕਿ ਸ਼ਸਤਰ ਦੀ, ਜਿਸ ਨੂੰ ਪਵਿੱਤਰ ਹਥਿਆਰ ਕਿਹਾ ਜਾਂਦਾ ਹੈ। ਹੁਣ ਸ਼ਸਤਰ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਦੇਖੋ, ਸਿੱਖੀ ਵਿੱਚ ਸ਼ਸਤਰ ਦਾ ਮਤਲਬ ਸਿਰਫ ਇੱਕ ਹਥਿਆਰ ਨਹੀਂ ਹੈ। ਇਹ ਇੱਕ ਪਵਿੱਤਰ ਹਥਿਆਰ ਹੈ, ਜਿਸ ਦੀ ਵਰਤੋਂ ਸਿਰਫ ਤੇ ਸਿਰਫ ਮਜ਼ਲੂਮ ਦੀ ਰੱਖਿਆ ਕਰਨ ਲਈ ਜਾਂ ਆਪਣੀ ਸੁਰੱਖਿਆ ਲਈ ਕੀਤੀ ਜਾਂਦੀ ਹੈ, ਕਿਸੇ ਤੇ ਜ਼ੁਲਮ ਕਰਨ ਲਈ ਕਦੇ ਵੀ ਨਹੀਂ। ਤਾਂ ਇੱਕ ਹਥਿਆਰ ਤੋਂ ਵੱਧ ਕੇ ਇੱਕ ਜ਼ਿੰਮੇਵਾਰੀ ਹੈ। ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈ ਕਿਰਪਾਨ। ਇਸ ਨੂੰ ਸਿਰਫ ਇੱਕ ਤਲਵਾਰ ਕਹਿਣਾ ਗਲਤ ਹੋਵੇਗਾ, ਕਿਉਂਕਿ ਕਿਰਪਾਨ ਸ਼ਬਦ ਖੁਦ 2 ਸ਼ਬਦਾਂ ਤੋਂ ਬਣਿਆ ਹੈ, ਕਿਰਪਾ ਯਾਨੀ ਕਿ ਰਹਿਮ ਅਤੇ ਆਨ ਯਾਨੀ ਕਿ ਇੱਜ਼ਤ। ਸੋ ਇਹ ਉਹ ਸ਼ਸਤਰ ਹੈ ਜੋ ਇੱਜ਼ਤ ਤੇ ਕਿਰਪਾ ਕਰਦਾ ਹੈ, ਉਸ ਦੀ ਰੱਖਿਆ ਕਰਦਾ ਹੈ। ਇਹ ਹਮਲੇ ਦਾ ਨਹੀਂ, ਸੁਰੱਖਿਆ ਦਾ ਪ੍ਰਤੀਕ ਹੈ। ਚਲੋ ਜੀ, ਹੁਣ ਗੱਲ ਕਰਦੇ ਹਾਂ ਤੀਜੇ ਖਜ਼ਾਨੇ ਦੀ, ਸੰਸਥਾ, ਯਾਨੀ ਕਿ ਸਿੱਖੀ ਦੀਆਂ ਮੁੱਖ ਸੰਸਥਾਵਾਂ। ਅਤੇ ਇਹ ਸੰਸਥਾਵਾਂ ਸੱਚਮੁੱਚ ਕਮਾਲ ਦੀਆਂ ਨੇ। ਸਭ ਤੋਂ ਪਹਿਲਾਂ ਲੰਗਰ ਦੀ ਗੱਲ ਕਰੀਏ, ਜਿੱਥੇ ਕੋਈ ਊਚ ਨੀਚ ਨਹੀਂ, ਸਭ ਲਈ ਇੱਕੋ ਜਿਹਾ ਭੋਜਨ। ਫਿਰ ਹੈ ਸੰਗਤ ਅਤੇ ਪੰਗਤ, ਜੋ ਸਮਾਜਿਕ ਬਰਾਬਰੀ ਦਾ ਸਭ ਤੋਂ ਵੱਡਾ ਸਬੂਤ ਹੈ। ਇਸ ਤੋਂ ਬਾਅਦ ਅਕਾਲ ਤਖਤ, ਜੋ ਕਿ ਸਿੱਖਾਂ ਦੀ ਦੁਨਿਆਵੀ ਅਤੇ ਧਾਰਮਿਕ ਅਗਵਾਈ ਦਾ ਕੇਂਦਰ ਹੈ। ਅਤੇ ਅਖੀਰ ਵਿੱਚ ਆਨੰਦ ਕਾਰਜ, ਇੱਕ ਅਜਿਹਾ ਵਿਆਹ ਜਿਸ ਵਿੱਚ ਤਲਾਕ ਦੀ ਕੋਈ ਧਾਰਨਾ ਹੀ ਨਹੀਂ ਹੈ। ਜੇਕਰ ਆਪਾਂ ਤੁਲਨਾ ਕਰਕੇ ਦੇਖੀਏ ਤਾਂ ਇਹ ਗੱਲ ਹੋਰ ਵੀ ਸਾਫ਼ ਹੋ ਜਾਂਦੀ ਹੈ। ਭਾਈਚਾਰੇ ਲਈ ਸਿੱਖੀ ਵਿੱਚ ਲੰਗਰ ਹੈ ਜੋ ਸਾਰਿਆਂ ਲਈ ਮੁਫਤ ਹੈ। ਅਜਿਹੀ ਪ੍ਰਥਾ ਹਰ ਥਾਂ ਨਹੀਂ ਮਿਲਦੀ। ਅਧਿਕਾਰ ਦੀ ਗੱਲ ਕਰੀਏ ਤਾਂ ਅਕਾਲ ਤਖਤ ਵਰਗੀ ਦੁਨਿਆਵੀ ਸੀਟ ਦਾ ਕੋਈ ਹੋਰ ਸਿੱਧਾ ਬਦਲ ਨਹੀਂ ਹੈ। ਅਤੇ ਵਿਆਹ, ਜਿੱਥੇ ਬਾਕੀ ਧਰਮਾਂ ਵਿੱਚ ਤਲਾਕ ਦੀ ਇਜਾਜ਼ਤ ਹੈ, ਉਥੇ ਸਿੱਖੀ ਵਿੱਚ ਆਨੰਦ ਕਾਰਜ ਦੇ ਸੰਕਲਪ ਵਿੱਚ ਤਲਾਕ ਲਈ ਕੋਈ ਥਾਂ ਹੀ ਨਹੀਂ ਹੈ। ਅਗਲਾ ਖਜ਼ਾਨਾ ਹੈ ਸੰਕਲਪ। ਇਹ ਉਹ ਮਾਰਗਦਰਸ਼ਕ ਸਿਧਾਂਤ ਨੇ ਜਿਨ੍ਹਾਂ ਤੇ ਸਿੱਖੀ ਦੀ ਪੂਰੀ ਫਿਲਾਸਫੀ ਟਿਕੀ ਹੋਈ ਹੈ। ਇਨ੍ਹਾਂ ਸੰਕਲਪਾਂ ਵਿੱਚ ਸ਼ਾਮਿਲ ਹੈ ਇੱਕ ਓਅੰਕਾਰ, ਯਾਨੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ। ਦਸਵੰਧ, ਆਪਣੀ ਕਮਾਈ ਦਾ 10ਵਾਂ ਹਿੱਸਾ ਸਾਂਝਾ ਕਰਨਾ। ਸੇਵਾ, ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਦੀ ਮਦਦ ਕਰਨਾ। ਸ਼ਹਾਦਤ, ਹੱਕ ਸੱਚ ਲਈ ਜਾਨ ਵਾਰ ਦੇਣ ਦਾ ਜਜ਼ਬਾ। ਅਤੇ ਰਾਜ, ਇੱਕ ਅਜਿਹਾ ਨਿਆਂਪੂਰਵਕ ਸ਼ਾਸਨ ਜਿੱਥੇ ਸਭ ਖੁਸ਼ਹਾਲ ਹੋਣ। ਇਹ ਸਿਰਫ ਸ਼ਬਦ ਨਹੀਂ, ਇਹ ਜੀਵਨ ਜਿਉਣ ਦਾ ਇੱਕ ਤਰੀਕਾ ਹੈ। ਅਤੇ ਜਦੋਂ ਅਸੀਂ ਰਾਜ ਦੀ ਗੱਲ ਕਰਦੇ ਹਾਂ ਤਾਂ ਇਹ ਕੋਈ ਖਿਆਲੀ ਪੁਲਾਓ ਨਹੀਂ ਹੈ। ਇਸ ਦਾ ਜਿਉਂਦਾ ਜਾਗਦਾ ਸਬੂਤ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਇੱਥੋਂ ਤੱਕ ਕਿ BBC ਨੇ ਵੀ ਮੰਨਿਆ ਹੈ ਕਿ ਪਿਛਲੇ 500 ਸਾਲਾਂ ਦੇ ਇਤਿਹਾਸ ਵਿੱਚ ਉਨ੍ਹਾਂ ਦੇ ਰਾਜ ਵਰਗਾ ਬੇਮਿਸਾਲ ਰਾਜ ਕੋਈ ਹੋਰ ਨਹੀਂ ਹੋਇਆ, ਜਿੱਥੇ ਹਰ ਕਿਸੇ ਨੂੰ ਬਰਾਬਰ ਦਾ ਨਿਆਂ ਮਿਲਦਾ ਸੀ। ਅਤੇ ਹੁਣ ਆਉਂਦੇ ਹਾਂ ਆਪਣੇ ਆਖਰੀ ਅਤੇ 5ਵੇਂ ਖਜ਼ਾਨੇ ਤੇ। ਇਹ ਹੈ ਸਰੂਪ,
ਯਾਨੀ ਸਿੱਖੀ ਦਾ ਅਟਲ ਸਰੂਪ। ਇਹ ਬਹੁਤ ਹੀ ਹੈਰਾਨੀਜਨਕ ਪਰ ਸੱਚ ਹੈ। ਪਿਛਲੇ 550 ਸਾਲਾਂ ਵਿੱਚ ਸਿੱਖੀ ਦੇ ਸਿਧਾਂਤ, ਇਸ ਦੇ ਧਰਮ ਗ੍ਰੰਥ ਅਤੇ ਇਸ ਦੀ ਪਹਿਚਾਣ ਬਿਲਕੁਲ ਉਸੇ ਤਰ੍ਹਾਂ ਕਾਇਮ ਹਨ, ਬਿਨਾਂ ਕਿਸੇ ਬਦਲਾਵ ਦੇ। ਜਦੋਂ ਕਿ ਦੁਨੀਆ ਵਿੱਚ ਬਹੁਤ ਕੁਝ ਬਦਲ ਗਿਆ, ਧਰਮਾਂ ਵਿੱਚ ਸੋਧਾਂ ਹੁੰਦੀਆਂ ਰਹੀਆਂ, ਪਰ ਸਿੱਖੀ ਦਾ ਸਰੂਪ ਅੱਜ ਵੀ ਉਹੀ ਹੈ। ਪਰ ਹੁਣ ਇੱਕ ਬਹੁਤ ਵੱਡਾ ਸਵਾਲ ਸਾਹਮਣੇ ਆਉਂਦਾ ਹੈ। ਅਸੀਂ ਇਹਨਾਂ 5 ਖਜ਼ਾਨਿਆਂ ਦੀ ਗੱਲ ਕੀਤੀ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਦੁਨੀਆ ਜ਼ਿਆਦਾਤਰ ਸਿਰਫ ਲੰਗਰ ਬਾਰੇ ਹੀ ਕਿਉਂ ਜਾਣਦੀ ਹੈ? ਬਾਕੀ ਦੇ 4 ਖਜ਼ਾਨੇ ਕਿੱਥੇ ਹਨ? ਉਹ ਦੁਨੀਆ ਦੀ ਨਜ਼ਰ ਤੋਂ ਓਲੇ ਕਿਉਂ ਹਨ? ਅਸਲੀਅਤ ਇਹ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਖਜ਼ਾਨੇ ਅਜੇ ਵੀ ਕਹਿ ਲਓ ਰੁਮਾਲੀਆਂ ਵਿੱਚ ਲਪੇਟੇ ਹੋਏ ਨੇ। ਦੁਨੀਆ ਇਹਨਾਂ ਬਾਰੇ ਜਾਣਦੀ ਹੀ ਨਹੀਂ। ਉਹੀ ਦੁਨੀਆ ਜੋ ਅੱਜ ਸ਼ਾਂਤੀ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਰਹੀ ਹੈ, ਉਹ ਇਸ ਅਨਮੋਲ ਗਿਆਨ ਤੋਂ ਅਣਜਾਣ ਹੈ। ਅਤੇ ਦੇਖੋ, ਇਸ ਗਿਆਨ ਦੀ ਤਾਕਤ ਨੂੰ ਸਿਰਫ ਅਸੀਂ ਹੀ ਨਹੀਂ ਮੰਨਦੇ। ਨੋਬਲ ਪੁਰਸਕਾਰ ਜੇਤੂ ਬਰਟਰੈਂਡ ਰਸਲ ਨੇ ਇੱਕ ਵਾਰ ਕਿਹਾ ਸੀ ਕਿ ਜੇ ਤੀਜੇ ਵਿਸ਼ਵ ਯੁੱਧ ਤੋਂ ਬਾਅਦ ਕੁਝ ਲੋਕ ਬਚ ਗਏ ਤਾਂ ਦੁਨੀਆ ਨੂੰ ਇਕਜੁੱਟ ਕਰਨ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਮਦਦ ਕਰ ਸਕਦੇ ਹਨ। ਸੋਚੋ, ਇੱਕ ਬਾਹਰਲੇ ਵਿਦਵਾਨ ਨੇ ਇਸ ਵਿੱਚ ਕਿੰਨੀ ਵੱਡੀ ਸੰਭਾਵਨਾ ਦੇਖੀ। ਤਾਂ ਫਿਰ ਅਸੀਂ ਇਸ ਇੱਕ ਸਵਾਲ ਨਾਲ ਇਸ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਜ਼ਰਾ ਸੋਚੋ, ਕੀ ਹੋਵੇਗਾ ਜੇਕਰ ਦੁਨੀਆ ਦੇ ਦੁੱਖਾਂ ਨੂੰ ਇਹਨਾਂ ਲੁਕੇ ਹੋਏ ਖਜ਼ਾਨਿਆਂ ਨਾਲ ਘੱਟ ਕੀਤਾ ਜਾ ਸਕਦਾ ਹੋਵੇ? ਜੇਕਰ ਇਹ ਸਿਧਾਂਤ, ਇਹ ਗਿਆਨ ਸਾਰੀ ਦੁਨੀਆ ਨਾਲ ਸਾਂਝਾ ਕੀਤਾ ਜਾਵੇ ਤਾਂ ਦੁਨੀਆ ਕਿੰਨੀ ਬਿਹਤਰ ਹੋ ਸਕਦੀ ਹੈ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ।